बोले सोने हाल सास भी अकाल। वाहिगुरू जी का खालसा वाहिगुरू जी की फतेह। ਅਸੀਂ ਸਾਰੇ ਖੁਸ਼ਕਿਸਮਤ ਵਡਭਾਗੀ ਹਾਂ। ਭਾਵੇਂ ਸੰਗਤਾਂ ਬਹੁਤ ਸਾਰੀਆਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਦੀਦਾਰ ਤੋਂ ਕਰੋਨਾ ਦੇ ਪ੍ਰਕੋਪ ਕਰਕੇ ਨਹੀਂ ਪਹੁੰਚ ਸਕੀਆਂ, ਪਰ ਫਿਰ ਵੀ ਅਸੀਂ ਸੁਭਾਗਸ਼ਾਲੀ ਹਾਂ ਜਿਨ੍ਹਾਂ ਨੂੰ ਜੀਵਨ ਵਿੱਚ ਫਿਰ ਤੋਂ ਇੱਕ ਦਫਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਦਿਵਸ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ। ਅਗਰ ਹਾਲਾਤਾਂ ਨੂੰ ਦੇਖੀਏ ਤਾਂ ਹਾਲਾਤ ਬੜੀ ਵਾਰੀ ਸਾਡੀ ਕੌਮ ਦੇ ਨਾਸਾਜ਼ਗਾਰ ਰਹੇ ਹਨ। ਅਸੀਂ ਐਸੇ ਸਮੇਂ ਦੇ ਦੌਰ 'ਚੋਂ ਗੁਜ਼ਰੇ ਹਾਂ ਜਦੋਂ ਸਾਡੇ ਸਿਰਾਂ ਦੇ ਮੁੱਲ ਪੈਂਦੇ ਰਹੇ, ਸਾਨੂੰ ਚਰਖੜੀਆਂ 'ਤੇ ਰੂੰ ਦੀ ਤਰ੍ਹਾਂ ਪਿੰਜਿਆ ਜਾਂਦਾ ਰਿਹਾ ਔਰ ਲੱਕੜਾਂ ਦੀ ਤਰ੍ਹਾਂ ਆਰਿਆਂ ਨਾਲ ਚੀਰਿਆ ਜਾਂਦਾ ਰਿਹਾ। ਅਸੀਂ ਤਵੀਆਂ 'ਤੇ ਵੀ ਬੈਠੇ ਔਰ ਅਸੀਂ ਦੇਗਾਂ ਵਿੱਚ ਉਬਾਲੇ ਵੀ ਖਾਧੇ। ਅੱਜ ਸਤਿਗੁਰੂ ਜੀ ਦੀ ਮਿਹਰ ਸਦਕਾ 2022 ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਦਿਵਸ ਸਿੱਖ ਕੌਮ ਮਨਾ ਰਹੀ ਹੈ, ਤਾਂ ਇਸ ਦਾ ਸ਼੍ਰੇਅ ਦੋ ਚੀਜ਼ਾਂ ਨੂੰ ਜਾਂਦਾ ਹੈ। ਇੱਕ ਤਾਂ ਸਵਯੰ ਸਤਿਗੁਰੂ ਜੀ ਨੂੰ ਇਹ ਸ਼੍ਰੇਅ ਜਾਂਦਾ ਹੈ ਜਿਨ੍ਹਾਂ ਨੇ ਆਪਣੇ ਪਰਿਵਾਰ ਨੂੰ ਸਦਕੇ ਕਰਕੇ ਅੰਮ੍ਰਿਤ ਦੀ ਦਾਤ ਪਿਲਾ ਕੇ ਕੌਮ ਨੂੰ ਅਮਰ ਕਰ ਦਿੱਤਾ ਹੈ। ਜਿੰਨਾ ਚਿਰ ਸੰਸਾਰ ਰਹੇਗਾ, ਭਾਵੇਂ ਮੈਲੀ ਨਜ਼ਰ ਵਾਲੇ ਕਿਤਨੇ ਵੀ ਲੋਕ ਆ ਜਾਵਣ, ਪਰ ਇਸ ਕੌਮ ਦਾ ਵਿਗਾੜ ਕੁਝ ਨਹੀਂ ਸਕਣਗੇ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਕੌਮ ਨੂੰ ਅੰਮ੍ਰਿਤ ਪਿਲਾਇਆ ਹੀ ਨਹੀਂ ਹੈ, ਬਲਕਿ ਅੰਮ੍ਰਿਤ ਪਿਲਾ ਕੇ ਅਮਰ ਕਰ ਦਿੱਤਾ ਹੈ। ਉਹ ਅਮਰ ਕਥਾ ਸਤਿਗੁਰੂ ਜੀ ਦੀ ਬਾਣੀ ਦਾ ਵਿਚਾਰ ਹੈ ਤੇ ਗੁਰੂ ਦੁਆਰਾ ਬਖਸ਼ਿਆ ਹੋਇਆ ਕਿਰਦਾਰ ਹੈ। ਉਹ ਮਹਾਮੰਤਰ ਗੁਰਮੰਤਰ ਤੇ ਮੂਲ ਮੰਤਰ ਹੈ, ਜਿਸ ਦੀ ਬਰਕਤ ਸਦਕਾ ਗੁਰੂ ਨੇ ਸਿੱਖ ਨੂੰ ਸਦਾ ਲਈ ਅਮਰ ਕਰ ਦਿੱਤਾ ਹੈ। ਤੇ ਦੂਸਰਾ ਸ਼੍ਰੇਅ ਗੁਰੂ ਵੱਲੋਂ ਬਖਸ਼ੇ ਹੋਏ ਨਿਤਨੇਮ ਨੂੰ ਜਾਂਦਾ ਹੈ। ਅਗਰ ਅੱਜ ਕੌਮ 2022 ਵਿੱਚ ਪਹੁੰਚੀ ਹੈ ਤਾਂ ਇਹ ਕਿਸੇ ਮਨੁੱਖ ਕਰਕੇ ਨਹੀਂ ਪਹੁੰਚੀ ਜਾਂ ਕਿਸੇ ਕੇਵਲ ਗਿਆਨ ਕਰਕੇ ਨਹੀਂ ਪਹੁੰਚੀ। ਇਸ ਕੌਮ ਨੂੰ ਅੱਜ ਤੱਕ ਪਹੁੰਚਾਉਣ ਵਾਲਾ ਅਗਰ ਕੋਈ ਮਹਾਨ ਬਲ ਹੈ, ਮਹਾਨ ਰਹਿਮਤ ਹੈ, ਤਾਂ ਉਹ ਬਲ ਨਿਤਨੇਮ ਦੀਆਂ ਬਾਣੀਆਂ ਦੀ ਬਰਕਤ ਦਾ ਬਲ ਹੈ। ਸੰਸਾਰ ਵਿੱਚ ਸਿੱਖ ਕਿਧਰੇ ਵੀ ਰਹੇ, ਅਗਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਿੱਖੀ ਨੂੰ ਧਾਰਨ ਕਰਕੇ ਜੀ ਰਿਹਾ ਹੈ, ਨਿਤਨੇਮੀ ਹੋ ਕੇ ਜੀ ਰਿਹਾ ਹੈ, ਤੇ ਫਿਰ ਸਮੇਂ ਦੇ ਕਿਤਨੇ ਤੂਫਾਨ ਆ ਜਾਵਣ, ਇਸ ਕੌਮ ਦਾ ਵਾਲ ਵਿੰਗਾ ਨਹੀਂ ਹੋ ਸਕਦਾ। ਇਸ ਕੌਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰਹਿਣ ਦੀ ਤਾਕਤ ਗੁਰੂ ਦੇ ਸਤਿਕਾਰ ਅਤੇ ਨਿਤਨੇਮ ਦੇ ਪਿਆਰ ਵਿੱਚੋਂ ਮਿਲਦੀ ਹੈ। ਮੈਂ ਸਾਰੇ ਸੰਸਾਰ ਨੂੰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵੱਲੋਂ ਕੋਟਾਨ ਕੋਟ ਵਧਾਈਆਂ ਮੁਬਾਰਕਾਂ ਪੇਸ਼ ਕਰਦਾ ਹਾਂ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪੋਹ ਸੁਦੀ 7ਵੀਂ ਪ੍ਰਕਾਸ਼ ਦਿਵਸ ਨੂੰ ਬਹੁਤ ਚੜ੍ਹਦੀਆਂ ਕਲਾ ਵਿੱਚ ਮਨਾਉਣ ਦਾ ਗੁਰੂ ਮਿਹਰ ਸਦਕਾ ਸੁਭਾਗ ਪ੍ਰਾਪਤ ਕੀਤਾ ਹੈ। ਅੱਜ ਤੁਹਾਡੇ ਦੋਖੀ ਵੀ ਇਸ ਗੱਲ ਤੋਂ ਰਸਕ ਵਿੱਚ ਹਨ ਬਈ ਇਹ ਕਿਹੜੀ ਮਿੱਟੀ ਦੇ ਬਣੇ ਹਨ। ਇਹਨਾਂ 'ਤੇ ਨਾ ਹਾਲਾਤਾਂ ਦਾ ਅਸਰ ਹੁੰਦਾ ਹੈ,
ਨਾ ਕਿਸੇ ਜ਼ੁਲਮੀ ਹਨੇਰੀ ਦਾ ਅਸਰ ਹੁੰਦਾ ਹੈ। ਤੇ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਹਾਂ, ਕਦੀ ਇਹਨਾਂ ਤੇ ਕਿਸੇ ਜ਼ੁਲਮ ਦਾ ਅਸਰ ਨਹੀਂ ਪਵੇਗਾ, ਕੋਈ ਹਾਲਾਤ ਚੁਕਾ ਨਹੀਂ ਸਕੇਗਾ, ਕਿਉਂਕਿ ਇਹ ਕਿਸੇ ਮਿੱਟੀ ਤੋਂ ਬਣੇ ਹੋਏ ਨਹੀਂ ਹੈਗੇ। ਇਹ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਤੇ ਬਾਣੇ ਤੋਂ ਬਣੇ ਹੋਏ। ਜਿਤਨੀ ਦੇਰ ਤੱਕ ਸਿੱਖ ਬਾਣੀ ਤੇ ਬਾਣੇ ਨਾਲ ਜੁੜਿਆ ਰਹੇਗਾ, ਇਹਦਾ ਸਨਮਾਨ ਗੁਰੂ ਦਾ ਨਿਸ਼ਾਨ ਬਣ ਕੇ ਆਸਮਾਨਾਂ ਤੇ ਝੁਲਦਾ ਰਹੇਗਾ। ਮਨੁੱਖਤਾ ਦੇ ਭਲੇ ਵਾਸਤੇ ਅਸੀਂ ਹਮੇਸ਼ਾ ਅੱਗੇ ਹੋ ਕੇ ਕੁਰਬਾਨੀਆਂ ਦਿੰਦੇ ਆਏ ਹਾਂ ਔਰ ਕੁਰਬਾਨੀਆਂ ਸਦਾ ਹੀ ਦਿੰਦੇ ਰਵਾਂਗੇ। ਮਨੁੱਖਤਾ ਤੇ ਭੀੜ ਬਣੇਗੀ ਤੇ ਹਮੇਸ਼ਾ ਹੀ ਇਸ ਦੇਸ਼ ਨੂੰ ਅਗਰ ਬਚਾਇਆ ਹੈ ਕਿਸੇ ਨੇ ਔਰੰਗਜ਼ੇਬ ਦੇ ਜ਼ੁਲਮਾਂ ਤੋਂ, ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਬਚਾਇਆ ਹੈ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਾਇਆ ਹੈ। ਔਰ ਫਿਰ ਇਹ ਬੋਲ ਵੀ ਆਖੇ ਕਿ ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮੈਂ ਸਾਕਾ, ਸਾਧਨ ਹੇਤ ਇਤੀ ਜਿਨ ਕਰੀ ਸੀਸ ਦਿਆ, ਪਰ ਸੀ ਨਾ ਉਚਰੀ। ਇਹ ਸਤਿਗੁਰੂ ਜੀ ਦੀ ਬਾਣੀ ਦਾ ਤੇ ਬਾਣੇ ਦਾ ਮਹਾਨ ਪਰਉਪਕਾਰ ਹੈ। ਅੱਜ ਮੈਂ ਇਹਨਾਂ ਬੋਲਾਂ ਰਾਹੀਂ ਸਾਰੇ ਜਗਤ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ 355 ਸਾਲਾ ਪ੍ਰਕਾਸ਼ ਪੁਰਬ ਤੇ ਬਹੁਤ ਬਹੁਤ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵੱਲੋਂ ਵਧਾਈਆਂ ਦਿੰਦਾ ਹਾਂ ਔਰ ਮਹਾਰਾਜ ਜੀ ਦੇ ਚਰਨ ਕਮਲਾਂ 'ਚ ਅਰਦਾਸ ਕਰਦਾ ਹਾਂ ਕਿ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਹਾਡਾ ਮਿਹਰ ਭਰਿਆ ਹੱਥ ਸਦਾ ਹੀ ਖਾਲਸਾ ਪੰਥ ਤੇ ਰਹੇ ਤੇ ਖਾਲਸਾ ਪੰਥ ਦੀ ਵਡਿਆਈ ਦੇ, ਖਾਲਸਾ ਪੰਥ ਦੀ ਹੋਂਦ ਹਸਤੀ ਦੇ ਨਿਸ਼ਾਨ ਆਸਮਾਨਾਂ ਤੇ ਬੁਲੰਦ ਰਹਿਣ। ਮਹਾਰਾਜ ਗੁਰੂਦੇਵ ਜੀ ਦੇ ਬੋਲ ਵੀ ਹਨ, ਜੋ ਗੁਰਦੇਵ ਸਦਾ ਸਾਬਾਸ, ਜੋ ਗੁਰਦੇਵ ਤਾਂ ਸੀਸ ਆਕਾਸ਼। ਇਸ ਕਰਕੇ ਆਪ ਸਾਰਿਆਂ ਨੇ ਨਿਤਨੇਮ ਨਾਲ ਆਪਣਾ ਪਿਆਰ ਬਣਾਉਣਾ ਹੈ, ਨਿਤਨੇਮ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣਾ ਹੈ ਤੇ ਫਿਰ ਸਤਿਗੁਰੂ ਜੀ ਦੀ ਮਿਹਰ ਦੀਆਂ ਬਰਕਤਾਂ ਸਦਾ ਹੀ ਤੁਹਾਡੀ ਝੋਲੀ ਵਿੱਚ ਰਹਿਣਗੀਆਂ, ਕਦੀ ਝੋਲੀ ਖਾਲੀ ਨਹੀਂ ਹੋਵੇਗੀ। ਮਹਾਰਾਜ ਸਾਰਿਆਂ ਦਾ ਤਖਤ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪਹੁੰਚ ਕੇ ਮਹਾਰਾਜ ਜੀ ਦਾ ਪੁਰਬ ਮਨਾਉਣਾ ਸਫਲ ਕਰਨ। ਅਜੇ ਦੀਵਾਨ ਸਾਰਾ ਦਿਨ ਚੱਲਦੇ ਹੀ ਰਹਿਣੇ ਹਨ, ਰਾਤ 2 ਵਜੇ ਤੱਕ ਦੀਵਾਨ ਚੱਲਦੇ ਰਹਿਣੇ ਨੇ। ਮਹਾਰਾਜ ਜੀ ਦੇ ਜਨਮ ਸਮੇਂ ਤੱਕ ਅਖੰਡ ਪਾਠ ਸਾਹਿਬ ਜੀ ਦੀਆਂ ਸਮਾਪਤੀਆਂ ਹੋਣਗੀਆਂ ਔਰ ਸਾਰਾ ਸਮਾਗਮ ਹਰ ਸਾਲ ਦੀ ਤਰ੍ਹਾਂ ਚੱਲੇਗਾ। ਆਪ ਨੇ ਮਾਸਕ ਜ਼ਰੂਰ ਲਗਾ ਕੇ ਰੱਖਣਾ ਤੇ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਣਾ ਹੈ। ਆਓ ਹੁਣ ਸਾਰੇ ਮਿਲ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉਹਨਾਂ ਪਾਵਨ ਸ਼ਸਤਰਾਂ ਦਾ ਦੀਦਾਰ ਕਰੀਏ ਜਿਸ ਬਾਰੇ ਮਹਾਰਾਜ ਜੀ ਦਾ ਵਰਦਾਨ ਹੈ ਕਿ ਸਾਡੇ ਸ਼ਸਤਰਾਂ ਦੇ ਦੀਦਾਰ ਦਾ ਫਲ ਸਾਡੇ ਦੀਦਾਰ ਦੇ ਬਰਾਬਰ ਹੈ। ਜਿਹੜਾ ਵੀ ਇਹਨਾਂ ਦਾ ਦੀਦਾਰ ਕਰੇਗਾ ਉਸ ਨੂੰ ਸਾਡੇ ਪ੍ਰਤੱਖ ਦੀਦਾਰ ਦਾ ਫਲ ਪ੍ਰਾਪਤ ਹੋਵੇਗਾ। ਆਉਣ ਵਾਲੇ ਦੀਦਾਰ ਤੇ ਨਾਲੇ ਜੈਕਾਰੇ ਗਜਾ ਕੇ ਸਤਿਕਾਰ ਕਰੀਏ। ਬੋਲੇ ਸੋ ਨਿਹਾਲ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਉਹ ਪਾਵਨ ਪਵਿੱਤਰ ਪੰਘੂੜਾ ਜਿਸ ਦੇ ਸੰਸਾਰ ਤੇ ਆ ਕੇ ਸਭ ਤੋਂ ਪਹਿਲਾਂ ਬਿਰਾਜੇ ਨੇ, ਉਹ ਤਖਤ ਸਾਹਿਬ ਵਿਖੇ ਬਿਰਾਜਮਾਨ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਟਨਾ ਸਾਹਿਬ ਜੀ ਦੀ ਧਰਤੀ ਤੇ ਅਨੇਕਾਂ ਹੀ ਕੌਤਕ ਵਰਤਾਏ। ਸੁੱਕਿਆਂ ਬਾਗਾਂ ਨੂੰ ਹਰਿਆ ਕੀਤਾ, ਪੰਡਤ ਸਿਵਦੱਤ ਜੀ ਨੂੰ ਰਾਮ ਰੂਪ ਦੀਦਾਰ ਬਖਸ਼ੇ, ਭੀਖਣ ਸ਼ਾਹ ਨੂੰ ਖੁਦਾ ਦਾ ਦੀਦਾਰ ਕਰਵਾਇਆ ਔਰ ਅਨੰਤ ਜਨਮਾਂ ਤੋਂ ਸਖਣੀ ਚਲੀ ਆ ਰਹੀ ਗੋਦ ਮਾਤਾ ਮੈਣੀ ਜੀ ਨੂੰ ਆਪਣੀ ਮਾਂ ਹੋਣ ਦਾ ਵੱਡਾ ਸਨਮਾਨ ਬਖਸ਼ਿਆ। ਇਹ ਮਹਾਨ ਕੌਤਕ ਵਰਤਾ ਕੇ ਜਦ ਆਪ ਰਵਾਨਾ ਹੋਣ ਲੱਗੇ ਤਦ ਪਟਨਾ ਸਾਹਿਬ ਦੀਆਂ ਸੰਗਤਾਂ ਨੇ ਚਰਨ ਪਕੜੇ, ਬੇਨਤੀਆਂ ਕੀਤੀਆਂ, ਜੀ ਮਹਾਰਾਜ ਸਾਡਾ ਸੁਭਾਅ ਬਣ ਚੁੱਕਾ ਹੈ,
ਹਰ ਰੋਜ਼ ਪਹਿਲੇ ਆਪ ਜੀ ਦੇ ਦੀਦਾਰ ਤੇ ਫਿਰ ਕੋਈ ਕਾਰੋਬਾਰ ਕਰਦੇ ਹਾਂ। ਹੁਣ ਆਪ ਪ੍ਰਸਥਾਨ ਕਰ ਰਹੇ ਹੋ, ਸਾਡੇ ਜੀਵਨ ਦਾ ਆਧਾਰ ਕੀ ਹੋਵੇਗਾ? ਤਦ ਸਾਹਿਬ ਜੀਆਂ ਨੇ ਫਰਮਾਇਆ, ਚਿੰਤਾ ਨਾ ਕਰੋ, ਅਸੀਂ ਤੁਹਾਡੇ ਵਾਸਤੇ ਆਪਣਾ ਪੰਘੂੜਾ ਸਥਾਪਿਤ ਕਰਕੇ ਜਾ ਰਹੇ ਹਾਂ, ਆਪਣੇ ਕਮਰ ਕੱਸੇ ਦੇ ਸ਼ਸਤਰ ਰਖਵਾ ਕੇ ਜਾ ਰਹੇ ਹਾਂ। ਜਿਹੜਾ ਇਹਨਾਂ ਦਾ ਦੀਦਾਰ ਕਰੇਗਾ ਉਸ ਨੂੰ ਸਾਡੇ ਪ੍ਰਤੱਖ ਦੀਦਾਰ ਦਾ ਫਲ ਪ੍ਰਾਪਤ ਹੋਵੇਗਾ। ਬੋਲੇ ਸੋ ਨਿਹਾਲ। ਸਭ ਤੋਂ ਪਹਿਲਾਂ ਆਪ ਦੀਦਾਰ ਕਰ ਰਹੇ ਹੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਗਾਤਰੇ ਦੇ ਸ਼ਸਤਰ ਦਾ। ਇਹ ਮਹਾਰਾਜ ਜੀ ਦੇ ਗਾਤਰੇ ਦਾ ਸ਼ਸਤਰ ਹੈ, ਇਸ ਦਾ ਨਾਮ ਸੈਫ ਹੈ। ਮਹਾਰਾਜ ਕਮਰ ਕੱਸੇ ਧਾਰਨ ਕਰਦੇ ਰਹੇ ਹਨ। ਇਹ ਆਪ ਜੀ ਦੇ ਉਹ ਮਹਾਨ ਦੋ ਚੱਕਰ ਹਨ ਜਿਨ੍ਹਾਂ ਦੀ ਚਮਕ ਦੇਖ ਕੇ ਔਰੰਗਜ਼ੇਬੀ ਹਕੂਮਤ ਚੱਕਰਾਂ ਵਿੱਚ ਪੈ ਗਈ ਸੀ, ਚਕਰਾ ਗਈ ਸੀ, ਥਰ-ਥਰਾ ਗਈ ਸੀ। ਮਹਾਰਾਜ ਸੱਚੇ ਪਾਤਸ਼ਾਹ ਦਮਾਲਾ ਸਜਾ ਕੇ ਇਹਨਾਂ ਨੂੰ ਆਪਣੇ ਸੀਸ ਤੇ ਧਾਰਨ ਕਰਦੇ ਰਹੇ ਹਨ। ਇਹ ਆਪ ਜੀ ਦਾ ਛੋਟਾ ਚੱਕਰ ਚੱਕਰੀ ਹੈ, ਇਸ ਨੂੰ ਮਹਾਰਾਜ ਕੇਸਾਂ ਵਿੱਚ ਧਾਰਨ ਕਰਦੇ ਰਹੇ ਹਨ। ਜੈਕਾਰੇ ਬੁਲਾਉਣ ਵਿੱਚ ਤੁਸੀਂ ਸਾਡਾ ਸਾਥ ਦੇ ਹੀ ਜਾਓ। ਇਹ ਪਾਰ ਬ੍ਰਹਮ ਪਰਮੇਸ਼ਵਰ ਦੀ ਅਸੀਮ ਸੱਤਾ ਦਾ ਪ੍ਰਤੀਕ ਖੰਡਾ ਹੈ। ਸਤਿਗੁਰੂ ਪਾਤਸ਼ਾਹ ਇਸ ਨੂੰ ਸਾਹਮਣੇ ਮਸਤਕ ਤੇ ਧਾਰਨ ਕਰਦੇ ਰਹੇ ਹਨ। ਇਹ ਆਪ ਜੀ ਦਾ ਕੰਘਾ ਹੈ, ਚੰਦਨ ਦਾ ਬਣਿਆ ਹੋਇਆ। ਇਹ ਆਪ ਜੀ ਦਾ ਪਾਵਨ ਪਵਿੱਤਰ ਖੰਜਰ ਹੈ, ਇਸ ਦਾ ਦੂਸਰਾ ਨਾਮ ਬਾਗ ਨਖੀ ਹੈ। ਮਹਾਰਾਜ ਕਮਰ ਕੱਸੇ ਧਾਰਨ ਕਰਦੇ ਰਹੇ ਹਨ। ਇਹ ਆਪ ਜੀ ਦਾ ਪਾਵਨ ਕਟਾਰ ਹੈ, ਮਹਾਰਾਜ ਕਮਰ ਕੱਸੇ ਧਾਰਨ ਕਰਦੇ ਰਹੇ ਹਨ। ਪਰਉਪਕਾਰ ਦੀ ਮਹਾਨ ਨਿਸ਼ਾਨੀ ਗੁਲੇਲਾ ਹੈ, ਮਾਮੂਲੀ ਮਿੱਟੀ ਦਾ ਬਣਿਆ ਹੋਇਆ ਗੁਲੇਲਾ। ਇਸ ਨਾਲ ਮਿੱਟੀ ਦੇ ਮਟਕੇ ਨਿਸ਼ਾਨਾ ਬਣਾ ਕੇ ਉਸ ਦੀ ਜਗ੍ਹਾ ਧਾਤੂ ਕਲਸ਼, ਪਿੱਤਲ ਆਦਿਕ ਦੀਆਂ ਗਾਗਰਾਂ ਪ੍ਰਦਾਨ ਕਰਦੇ ਰਹੇ ਹਨ। ਇਹ ਆਪ ਜੀ ਦੇ ਪਾਵਨ ਪਵਿੱਤਰ ਚਾਰ ਤੀਰ ਹਨ। ਇਹਨਾਂ ਦੀ ਸੰਗਿਆ ਨਰਾਚ ਹੈ। ਨਰਾਚ ਉਸ ਤੀਰ ਨੂੰ ਕਹਿੰਦੇ ਹਨ ਜਿਹੜਾ ਮੁਖੀ ਤੋਂ ਲੈ ਕੇ ਬਾਗੜ ਤੱਕ ਸਾਰਾ ਨਿੱਗਰ ਲੋਹੇ ਦਾ ਬਣਿਆ ਹੁੰਦਾ ਹੈ। ਇਹ ਚਾਰੇ ਹੀ ਨਰਾਜ ਕੈਟੇਗਰੀ ਦੇ ਹਨ। ਦੋ ਇਹਨਾਂ ਵਿੱਚ ਬਾਣ ਹਨ, ਦੋ ਸਿਲੀ ਮੁਖ ਹਨ। ਸਿਲੀ ਮੁਖ ਜਿਹੜਾ ਨੁਕੀਲੀ ਮੁਖੀ ਵਾਲਾ ਹੋਵੇ ਉਸ ਨੂੰ ਆਖਿਆ ਜਾਂਦਾ ਹੈ। ਇੱਕ ਦਿਨ ਸਾਹਿਬ ਜੀਆਂ ਨੇ ਇਹ ਸਿਲੀ ਮੁਖ ਚਲਾਇਆ। ਸਾਹਮਣੇ ਮਾਤਾ ਜੀ ਦਾ ਖੂਹ ਹੈ, ਅੰਦਰ ਅੰਮ੍ਰਿਤ ਕੁੰਵਟਾ, ਉਦੋਂ ਪਾਣੀ ਭਰ ਕੇ ਜਾ ਰਹੀ ਬੀਬੀ ਦੇ ਧਾਤੂ ਕਲਸ਼ ਵਿੱਚ ਲੱਗਿਆ। ਉਸਨੇ ਰੋਂਦਿਆਂ ਹੋਇਆਂ ਮਾਤਾ ਜੀ ਦੇ ਚਰਨ ਪਕੜੇ। ਸਾਹਿਬ ਕੋਲ ਖੜੇ ਮੁਸਕਰਾ ਰਹੇ ਸਨ। ਸ਼੍ਰੀ ਮਾਤ ਜੀਆਂ ਨੇ ਫਰਮਾਇਆ, ਲਾਲ ਜੀ ਉਹ ਰੋ ਰਹੀ ਹੈ, ਤੁਸੀਂ ਹੱਸ ਰਹੇ ਹੋ। ਸਾਹਿਬ ਆਖਣ ਲੱਗੇ, ਅਸੀਂ ਹਾਸਾ ਮਖੌਲ ਨਹੀਂ ਕਰਦੇ, ਅਸੀਂ ਤਾਂ ਇਹਨਾਂ ਦੇ ਪਰਿਵਾਰ ਦੇ ਪ੍ਰਾਣਾਂ ਦੀ ਰਾਖੀ ਕੀਤੀ ਹੈ। ਆਖਿਆ ਉਹ ਕਿਸ ਤਰ੍ਹਾਂ? ਜਦ ਲਾਗੇ ਜਾ ਕੇ ਦੇਖਿਆ ਤਾਂ ਇਸ ਵਿੱਚ ਇੱਕ ਜ਼ਹਿਰੀਲਾ ਕਾਲਾ ਨਾਗ ਕਲਸ਼ ਵਿੱਚ ਪਰੁੱਚਿਆ ਹੋਇਆ ਆਪਣੇ ਪ੍ਰਾਣ ਤਿਆਗ ਰਿਹਾ ਸੀ। ਪਰਉਪਕਾਰੀ ਸਤਿਗੁਰੂ ਜੀ ਨੇ ਪਰਿਵਾਰ ਦੇ ਪ੍ਰਾਣਾਂ ਦੀ ਰਾਖੀ ਵੀ ਕੀਤੀ ਔਰ ਤ੍ਰਿਗਤ ਜੋਨੀਆਂ ਤੋਂ ਦਿਆਲੂ ਸਤਿਗੁਰੂ ਜੀ ਨੇ ਨਾਗ ਨੂੰ ਵੀ ਮੁਕਤ ਕਰ ਲਿਆ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਵਿਹੜੇ ਨੂੰ ਭਾਗ ਲਾਉਂਦੇ, ਚਹਿਲ ਕਦਮੀ ਕਰਦੇ ਉਸ ਵੇਲੇ ਜੋ ਆਪ ਨੇ ਖੜਾਵਾਂ ਪਹਿਨੀਆਂ ਹੁੰਦੀਆਂ। ਆਓ ਉਹਨਾਂ ਦਾ ਵੀ ਦੀਦਾਰ ਤੇ ਸਤਿਕਾਰ ਕਰੀਏ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਧੰਨ ਪਿਤਾ ਪ੍ਰਧਾਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਚਰਨ ਕਮਲਾਂ ਦੀਆਂ ਖੜਾਵਾਂ ਚੰਦਨ ਦੀਆਂ ਬਣੀਆਂ ਹੋਈਆਂ। ਇਸੇ ਤਰ੍ਹਾਂ ਰੂਹ ਦਰ ਹਰ ਜਿਸਮ, ਨੂਰ ਦਰ ਹਰ ਚਸ਼ਮ, ਆਲਮੇ ਰੋਸ਼ਨ, ਜਾਨੋ ਦਿਲ ਗੁਲਸ਼ਨ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਕਮਲਾਂ ਦੀਆਂ ਖੜਾਵਾਂ ਹਾਥੀ ਦੰਦ ਦੀਆਂ ਬਣੀਆਂ ਹੋਈਆਂ। ਹਰ ਕੇ ਨਾਮ ਕਬੀਰ ਉਜਾਗਰ, ਜਨਮ ਜਨਮ ਕੇ ਫਾਟੇ ਕਾਗਰ। ਭਗਤ ਕਬੀਰ ਜੀ ਬਨਾਰਸ ਵਿੱਚ ਨਿਵਾਸ ਰੱਖਦੇ, ਜਿਸ ਖੱਡੀ ਨਾਲ ਆਪ ਕੱਪੜਾ ਤਿਆਰ ਕਰਦੇ, ਵੇਚ ਕੇ ਰੋਜ਼ਗਾਰ ਤੇ ਵੰਡ ਕੇ ਪਰਉਪਕਾਰ ਕਰਦੇ। ਉਹ ਕਬੀਰ ਜੀ ਦੀ ਅਸਲੀ ਖੱਡੀ ਆਪ ਦੀਦਾਰ ਕਰ ਰਹੇ ਹੋ। ਇੱਕ ਪਰਿਵਾਰ ਕੋਲ ਸੀ ਬਨਾਰਸ ਵਿੱਚ। ਉਹਨਾਂ ਨੇ ਦੇਖਿਆ ਕਿ ਘਰ ਵਿੱਚ ਸਤਿਕਾਰ ਪੂਰਾ ਨਹੀਂ ਹੁੰਦਾ। ਕੋਈ ਐਸੀ ਥਾਂ ਮਿਲ ਜਾਵੇ ਜਿੱਥੇ ਸਤਿਕਾਰ ਨਾਲ ਰੱਖਿਆ ਜਾ ਸਕੇ। ਉਹਨਾਂ ਕਈਆਂ ਥਾਵਾਂ ਤੇ ਭਾਲ ਕੀਤੀ। ਅਖੀਰ ਤੇ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬਾਰੇ ਪਤਾ ਚੱਲਿਆ ਕਿ ਤੇ ਭਗਤ ਕਬੀਰ ਜੀ, ਸਦਨਾ ਜੀ, ਸੈਣ ਜੀ ਔਰ ਰਵਿਦਾਸ ਜੀ, ਤਿਰਲੋਚਨ ਜੀ, ਧੰਨਾ ਜੀ, ਭੱਟ ਜਨ ਨਿਕਟਵਰਤੀ ਮਹਾਂਪੁਰਖਾਂ ਦੀ ਬਾਣੀ ਨੂੰ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦੇ ਬਰਾਬਰ ਹੀ ਸਤਿਕਾਰ ਦਿੱਤਾ ਜਾਂਦਾ ਹੈ। ਫਿਰ ਉਹ ਸਤਿਕਾਰ ਸਹਿਤ ਆਪਣੇ ਸੀਸ ਦੇ ਬਿਰਾਜਮਾਨ ਕਰਾ ਕੇ ਤਖਤ ਸਾਹਿਬ ਵਿਖੇ ਭੇਟਾ ਕਰ ਗਏ। ਅੱਜ ਹਰ ਰੋਜ਼ ਸੰਗਤਾਂ ਮਹਾਰਾਜ ਜੀ ਦੇ ਸ਼ਸਤਰਾਂ ਦੇ ਬਰਾਬਰ ਸਨਮਾਨ ਕਰਦਿਆਂ ਹੋਇਆਂ ਕਬੀਰ ਜੀ ਦੀ ਇਸ ਖੱਡੀ ਦਾ ਦੀਦਾਰ ਕਰਦੀਆਂ ਹਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਉਹਨਾਂ ਨੇ ਜੋ ਪਟਨਾ ਸਾਹਿਬ ਦੀ ਸੰਗਤ ਦੇ ਨਾਮ ਤੇ ਹੁਕਮਨਾਮਾ ਲਿਖਿਆ, ਆਓ ਉਸ ਪਾਵਨ ਪਵਿੱਤਰ ਹੁਕਮਨਾਮੇ ਦਾ ਪਾਠ ਸਰਵਣ ਕਰੀਏ ਤੇ ਸ਼ਰਧਾ ਸਤਿਕਾਰ ਸਹਿਤ ਨਮਸਕਾਰ ਤੇ ਜੈ ਜੈਕਾਰ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹੁਕਮਨਾਮੇ, ਜਿਸ ਦੇ ਬੋਲ ਹਨ, ਗੁਰੂ ਸਤ ਸਰਬਤ ਸੰਗਤ ਪਟਨੇ ਕੀ, ਜਿਨ ਸਿੱਖ ਵਾਹਿਗੁਰੂ ਕੀਆ ਹੈ, ਤਿਸਕੇ ਮਨੋਰਥ ਪੂਰੇ ਹੋਵੇਂਗੇ। ਗੋਬਿੰਦ ਦਾਸ ਕੀ ਵਧਾਈ ਉੱਪਰ ਸੰਗਤ ਖਰਚ ਕੀਆ, ਗੁਰੂ ਕੀ ਦਰਗਾਹ ਥਾਂ ਪਿਆ। ਰੁਪਈਏ ਕੀ ਮੋਹਰ ਥਾਂ ਪੜੀ, ਪਿੱਛੇ ਸੇਵਾ ਕੀਤੀ ਸਭ ਥਾਂ ਪਈ। ਆਗੇ ਜੋ ਸੇਵਾ ਕਰੇਗਾ तिसका भला होगो, संगत के रोजगार मोह बरकत होगो। भाई जी सिरों पाओ भेजिया है, पटना गुरु का घर है, संगत का भला होगो। इस तरह गुरु गोबिंद सिंह महाराज जी दे हुक्मनामे होर भी हुक्मनामे हैं। जदों मैं इन्हां दे दीदार कराउंदा हां ਤੇ ਆਪਣੇ ਹਿਰਦੇ ਨਾਲ ਲਾ ਲੈਂਦਾ ਹਾਂ ਤੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਨੂੰ ਗਲ ਵਕੜੀ ਪੈ ਗਈ ਹੋਵੇ ਤੇ ਮਹਾਰਾਜ ਦਾ ਹੱਥ ਸਿਰ ਤੇ ਆ ਗਿਆ ਹੋਵੇ। ਹੋਰ ਵੀ ਹੁਕਮਨਾਮੇ ਹਨ। ਸੁਮਾਰ 31 ਹੈ। ਤਖਤ ਸਾਹਿਬ ਜੀ ਦੇ ਪਰਿਕਰਮਾ ਸ਼ੁਰੂ ਹੁੰਦਿਆਂ ਮਾਤਾ ਜੀ ਦਾ ਅੰਮ੍ਰਿਤ ਕੁੰਵਟਾ ਖੂਹ ਹੈ। ਪਰਿਕਰਮਾ ਸਮਾਪਤ ਹੁੰਦਿਆਂ ਜ਼ਰਾ ਕੁ ਪਹਿਲੋਂ ਮਹਾਰਾਜ ਜੀ ਦੁਆਰਾ 15 ਸਾਲ ਦੀ ਅਵਸਥਾ 'ਚ ਪਹਿਨੇ ਹੋਏ ਚੋਲਿਆਂ 'ਚੋਂ ਇੱਕ ਚੋਲਾ ਹੈ।
ਸੰਗਤਾਂ ਦੀਦਾਰ ਕਰਦੀਆਂ ਹਨ। ਤਖਤ ਸਾਹਿਬ ਜੀ ਦੇ ਨਾਲ ਗੁਰਦੁਆਰਾ ਸ੍ਰੀ ਗਊ ਘਾਟ, ਸੁਨਾਰ ਟੋਲੀ, ਕੰਗਣ ਘਾਟ, ਬਾਲ ਲੀਲਾ, ਗੁਰੂ ਕਾ ਬਾਗ ਤੇ ਹਾਂਡੀ ਸਾਹਿਬ ਹੈ। ਰਾਜਗੀਰ ਗੁਰੂ ਨਾਨਕ ਦੇਵ ਜੀ ਦਾ ਚਰਨਾ ਅੰਮ੍ਰਿਤ ਸੀਤਲ ਕੁੰਡ ਹੈ। ਸੰਗਤਾਂ ਦੀਦਾਰ ਕਰਦੀਆਂ ਹਨ। ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦੇ ਮੁੱਖ ਸੇਵਾਦਾਰ ਜਥੇਦਾਰ ਅਵਤਾਰ ਸਿੰਘ ਜੀ ਹਿੱਤ, ਜਨਰਲ ਸਕੱਤਰ ਭਾਈ ਇੰਦਰਜੀਤ ਸਿੰਘ ਜੀ, ਟਾਟਾ ਨਗਰ ਵਾਲੇ ਤੇ ਸਮੂਹ ਅਹੁਦੇਦਾਰਾਂ ਵੱਲੋਂ ਮਿਲ ਕੇ ਅਨੇਕਾਂ ਹੀ ਸੇਵਾਵਾਂ ਪ੍ਰਾਰੰਭ ਹਨ, ਜਿਨ੍ਹਾਂ ਵਿੱਚ ਲੰਗਰਾਂ ਦੀਆਂ, ਇਮਾਰਤਾਂ ਦੀਆਂ, ਇਹ ਸਮਾਗਮਾਂ ਦੀਆਂ ਤੇ ਹੋਰ। ਆਪ ਸਾਰੇ ਆਪਣਾ ਦਸਵੰਧ ਮਹਾਰਾਜ ਜੀ ਦੇ ਘਰ ਆਨਲਾਈਨ ਭੇਜ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ। ਆਉਣ ਵਾਲੇ ਦਿਨਾਂ ਵਿੱਚ ਬਹੁਤ ਵੱਡੇ ਨਿਰਮਾਣ ਕਾਰਜ ਪ੍ਰਾਰੰਭੇ ਜਾ ਰਹੇ ਹਨ। ਸੰਗਤਾਂ ਦੀਆਂ ਰਿਹਾਇਸ਼ਾਂ ਨੂੰ ਮੁੱਖ ਰੱਖਦਿਆਂ ਹੋਇਆਂ ਨਵੇਂ ਨਿਰਮਾਣ ਅਤੇ ਹਸਪਤਾਲਾਂ ਦੇ ਨਿਰਮਾਣ ਹੋਣਗੇ, ਜਿਨ੍ਹਾਂ ਵਿੱਚ ਇੱਕ ਕਮਰੇ ਦੀ ਜੋ ਲਾਗਤ ਸੇਵਾ ਹੈ ਉਹ 10 ਲੱਖ ਰੁਪਏ ਨਿਰਧਾਰਤ ਕੀਤੀ ਗਈ ਹੈ ਔਰ ਦਰਮਿਆਨੇ ਕਮਰੇ ਦੀ ਸੇਵਾ 8 ਲੱਖ ਰੁਪਏ ਨਿਰਧਾਰਤ ਕੀਤੀ ਗਈ ਹੈ। ਬਹੁਤ ਸਾਰੀਆਂ ਸੰਗਤਾਂ ਵੱਲੋਂ ਮਾਇਆ ਭੇਜੀ ਜਾ ਰਹੀ ਹੈ। ਆਪ ਵੀ ਜਿਨ੍ਹਾਂ ਨੂੰ ਮਹਾਰਾਜ ਨੇ ਸਮਰੱਥਾ ਬਖਸ਼ੀ ਹੈ ਤੇ ਸਮਝ ਤੇ ਸ਼ਰਧਾ ਬਖਸ਼ੀ ਹੈ ਕਿ ਦਾਤਾਂ ਸਤਿਗੁਰੂ ਦੀਆਂ ਹਨ, ਜ਼ਰੂਰ ਆਪਣਾ ਹਿੱਸਾ ਪਾ ਕੇ ਤੇ ਸੰਗਤਾਂ ਦੀ ਸੁਵਿਧਾ ਵਾਸਤੇ ਇਹ ਜਿਹੜੇ ਨਿਰਮਾਣ ਕਾਰਜ ਹਨ ਇਹਨਾਂ ਵਿੱਚ ਆਪ ਸ਼ਿਰਕਤ ਹਾਸਲ ਕਰੋ। ਸੰਤ ਬਾਬਾ ਬਚਨ ਸਿੰਘ ਜੀ, ਬਾਬਾ ਮਹਿੰਦਰ ਸਿੰਘ ਜੀ, ਬਾਬਾ ਗੁਰਨਾਮ ਸਿੰਘ ਜੀ ਔਰ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਦਿੱਲੀ ਵਾਲੇ ਮਹਾਂਪੁਰਖ, ਪੰਥ ਰਤਨ ਸੰਤ ਬਾਬਾ ਹਰਬੰਸ ਸਿੰਘ ਜੀ ਤੋਂ ਨਿਵਾਜੇ ਹੋਏ ਅਨੇਕਾਂ ਹੀ ਸੇਵਾਵਾਂ ਤਖਤ ਸਾਹਿਬ ਵਿਖੇ ਭੇਟਾ ਕਰ ਰਹੇ ਹਨ। ਇਸੇ ਤਰ੍ਹਾਂ ਇੰਗਲੈਂਡ ਨਿਵਾਸੀ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਸੰਤ ਬਾਬਾ ਮਹਿੰਦਰ ਸਿੰਘ ਜੀ, ਸੰਤ ਇੰਦਰਜੀਤ ਸਿੰਘ ਜੀ, ਇਹ ਜਿਸ ਦੀਵਾਨ ਹਾਲ 'ਚ ਆਪ ਸ਼ੋਭਾ ਪਾ ਰਹੇ ਹੋ, ਇਹ ਦੀਵਾਨ ਹਾਲ, ਇਸ ਦੇ ਥੱਲੇ ਵੱਡੀ ਪਾਰਕਿੰਗ, ਬੇਸਮੈਂਟ, ਬਾਲਾ ਪ੍ਰੀਤਮ ਨਿਵਾਸ, ਰਾਜਗੀਰ ਦੀਆਂ ਸੋਹਣੀਆਂ ਇਮਾਰਤਾਂ ਤੇ ਰਿਹਾਇਸ਼ਾਂ ਇਹ ਮਹਾਂਪੁਰਖ ਭੇਟਾ ਕਰ ਰਹੇ ਹਨ। ਸੰਤ ਬਾਬਾ ਕਸ਼ਮੀਰ ਸਿੰਘ ਜੀ, ਬਾਬਾ ਸੁੱਖਾ ਸਿੰਘ ਜੀ ਭੂਰੀ ਵਾਲੇ ਮਹਾਂਪੁਰਖਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਘਰ ਦੀ ਗਾਰਡਨਿੰਗ ਦੀ ਸੇਵਾ ਦੇ ਕੇ ਨਿਵਾਜਿਆ ਹੋਇਆ ਹੈ। ਬਹੁਤ ਸਾਰੀਆਂ ਸੇਵਾਵਾਂ ਸੰਗਤਾਂ ਵੱਲੋਂ ਪਹੁੰਚੀਆਂ ਹਨ। ਬੰਬੇ ਦੀਆਂ ਸੰਗਤਾਂ ਭਾਈ ਇਕਬਾਲ ਸਿੰਘ ਜੀ ਸਭ ਲੋਕ ਜੀ ਦੀ ਅਗਵਾਈ ਵਿੱਚ ਇਹ ਜਿਤਨੀ ਫਲਾਵਰ ਡੈਕੋਰੇਸ਼ਨ ਦੇਖ ਰਹੇ ਹੋ, ਇੱਥੇ ਹੈ, ਤਖਤ ਸਾਹਿਬ ਜੀ ਦੇ ਅੰਦਰ ਹੈ ਔਰ ਬਾਹਰ ਵਾਰ ਹੈ। ਇਹ ਸਾਰੀ ਸੇਵਾ ਮਹਾਰਾਜ ਨੇ ਇਹਨਾਂ ਨੂੰ ਬਖਸ਼ੀ ਹੈ। ਦਸ਼ਮੇਸ਼ ਪਰਿਵਾਰ ਦੇ ਸੇਵਕ ਮਹਾਰਾਜ ਜੀ ਦੀਆਂ ਅਨੇਕਾਂ ਹੀ ਸੇਵਾਵਾਂ ਕਰ ਰਹੇ ਹਨ ਔਰ ਬਹੁਤ ਸਾਰੀਆਂ ਸੰਗਤਾਂ ਗੁਰਸਿੱਖਾਂ ਵੱਲੋਂ ਵੱਡੀਆਂ ਸੇਵਾਵਾਂ ਮਹਾਰਾਜ ਜੀ ਦੇ ਘਰ ਭੇਟਾ ਕੀਤੀਆਂ ਜਾ ਰਹੀਆਂ ਹਨ। ਕੋਈ ਰੁਮਾਲਿਆਂ ਦੀਆਂ, ਕੋਈ ਹੋਰ ਅਨੇਕਾਂ ਹੀ ਸੇਵਾਵਾਂ ਗੁਰਸਿੱਖਾਂ ਨੇ ਕੀਤੀਆਂ ਹਨ। ਇਹ ਪਿਛਲੇ ਦਿਨੀ ਡਾਕਟਰ ਗੁਰਵਿੰਦਰ ਸਿੰਘ ਜੀ ਸਮਰਾ ਬੇਸ਼ਕੀਮਤੀ ਮਹਾਰਾਜ ਜੀ ਦਾ ਸੁਖਾਸਨ ਦਾ ਪਲੰਗ, 1.25 ਸੇਰ ਸੋਨੇ ਦੀ ਸ੍ਰੀ ਸਾਹਿਬ ਔਰ ਇਸੇ ਤਰ੍ਹਾਂ ਬੇਸ਼ਕੀਮਤੀ 1300 ਹੀਰੇ ਜੜਿਆ ਹੋਇਆ ਸੋਨੇ ਦਾ 5 ਫੁੱਟ ਦਾ ਵੱਡਾ ਹਾਰ ਲੈ ਕੇ ਮਹਾਰਾਜ ਜੀ ਦੇ ਘਰ ਪਹੁੰਚੇ ਹਨ। ਪਾਪਾ ਹੀਰਾ ਸਿੰਘ ਜੀ ਸਹਿਗਲ ਬੰਬੇ ਤੋਂ ਪਰਿਵਾਰ ਹਮੇਸ਼ਾ ਹੀ ਸੇਵਾਵਾਂ ਕਰਦੇ ਹਨ। ਮਹਾਰਾਜ ਜੀ ਵਾਸਤੇ ਕਲਗੀਆਂ, ਮਾਲਾਵਾਂ ਸੁੱਚੇ ਮੋਤੀਆਂ ਦੀਆਂ ਹਮੇਸ਼ਾ ਲੈ ਕੇ ਹਾਜ਼ਰ ਹੁੰਦੇ ਹਨ। ਭਾਈ ਦੇਵਿੰਦਰ ਸਿੰਘ ਜੀ ਮੁੱਲਾਂਪੁਰ ਵਾਲੇ, ਕੱਲ ਉਹਨਾਂ ਨੇ 3 ਚੌਰ ਸਾਹਿਬ ਸੋਨੇ ਦੇ ਮਹਾਰਾਜ ਜੀ ਦੇ ਘਰ ਭੇਟ ਕੀਤੇ ਹਨ। ਹੋਰ ਵੀ ਸੰਗਤਾਂ ਵੱਲੋਂ ਬਹੁਤ ਵੱਡੀਆਂ ਸੇਵਾਵਾਂ ਰੋਜ਼ਾਨਾ ਹੀ ਆ ਰਹੀਆਂ ਹਨ। ਗੁਰੂ ਸਾਹਿਬ ਸਾਰਿਆਂ ਦੀਆਂ ਸੇਵਾਵਾਂ ਆਪਣੇ ਦਰ ਘਰ ਵਿਖੇ ਪ੍ਰਵਾਨ ਕਰਨ। ਕੁਝ ਦਿਨ ਪਹਿਲੇ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦੇ ਬਹੁਤ ਹੀ ਸਤਿਕਾਰਯੋਗ ਮੈਂਬਰ ਜਥੇਦਾਰ ਕਮਿੱਕਰ ਸਿੰਘ ਜੀ
ਜਿਨ੍ਹਾਂ ਨੇ ਪੰਥ ਵਾਸਤੇ, ਕੌਮ ਵਾਸਤੇ ਕਈ ਵਾਰ ਜੇਲ੍ਹ ਯਾਤਰਾ ਕੀਤੀ ਔਰ ਬਹੁਤ ਧੜੱਲੇ ਨਾਲ ਮਹਾਰਾਜ ਜੀ ਦੀ ਸੇਵਾ ਵਿੱਚ ਲੱਗੇ ਰਹੇ, ਕਦੀ ਝੁਕੇ ਨਹੀਂ। ਉਹ ਸਰੀਰ ਕਰਕੇ ਚਲਾਣਾ ਕਰ ਗਏ ਹਨ। ਮਹਾਰਾਜ ਉਹਨਾਂ ਨੂੰ ਆਪਣੇ ਚਰਨ ਕਮਲਾਂ ਵਿੱਚ ਨਿਵਾਸ ਬਖਸ਼ਣ। ਭਾਈ ਸਾਹਿਬ ਡਾਕਟਰ ਸੰਤੋਖ ਸਿੰਘ ਜੀ ਆਗਰੇ ਵਾਲੇ, ਮੈਂ ਭੁੱਲ ਰਿਹਾ ਸੀ ਤੇ ਜਥੇਦਾਰ ਅਵਤਾਰ ਸਿੰਘ ਹਿੱਤ ਜੀ ਨੇ ਮੈਨੂੰ ਚੇਤਾ ਕਰਾ ਦਿੱਤਾ। ਕੱਲ ਭਾਈ ਸੰਤੋਖ ਸਿੰਘ ਜੀ ਡਾਕਟਰ ਸਾਹਿਬ ਆਗਰੇ ਵਾਲਿਆਂ ਵੱਲੋਂ 10 ਕਮਰਿਆਂ ਦੀ ਸੇਵਾ 1 ਕਰੋੜ ਰੁਪਇਆ ਪਹੁੰਚ ਰਹੀ ਹੈ। ਮਹਾਰਾਜ ਉਹਨਾਂ ਨੂੰ ਬਹੁਤ ਖੁਸ਼ੀਆਂ ਬਖਸ਼ਣ। ਇਸ ਤਰ੍ਹਾਂ ਹੋਰ ਵੀ ਇਹ ਕਰੋਨਾ ਕਾਲ ਵਿੱਚ ਬਹੁਤ ਸੇਵਾਵਾਂ ਪਾਠੀ ਸਿੰਘਾਂ ਵਾਸਤੇ ਔਰ ਰਾਸ਼ਨ ਵਾਸਤੇ ਬਹੁਤ ਕੁਝ ਸੰਗਤਾਂ ਵੱਲੋਂ ਪਹੁੰਚਿਆ, ਇੱਥੋਂ ਵੀ ਤੇ ਬਾਹਰੋਂ ਵੀ। ਮਹਾਰਾਜ ਸਾਰਿਆਂ ਦੀਆਂ ਸੇਵਾਵਾਂ ਆਪਣੇ ਦਰ ਘਰ ਪ੍ਰਵਾਨ। ਹਾਂ ਜੀ, ਚੱਡਾ ਪਰਿਵਾਰ ਦਿੱਲੀ ਤੋਂ, ਉਹਨਾਂ ਨੇ ਵੀ 65 ਲੱਖ ਰੁਪਏ ਮਹਾਰਾਜ ਜੀ ਦੇ ਘਰ ਬਣ ਰਹੀਆਂ ਇਮਾਰਤਾਂ ਲਈ ਦਿੱਤੇ ਹਨ। ਅਜੇ ਸੋਲਰ ਦੀ ਸੇਵਾ ਬਾਕੀ ਹੈ, ਹੋਰ ਵੀ ਸੇਵਾਵਾਂ ਨੇ। ਆਪ ਇਸ ਚੀਜ਼ ਨੂੰ ਮਹਿਸੂਸ ਕਰੋਗੇ ਕਿ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦਾ ਲਗਭਗ 1 ਕਰੋੜ ਰੁਪਇਆ ਜਾਂ ਪਲੱਸ ਹਰ ਸਾਲ ਬਿਜਲੀ ਦਾ ਬਿੱਲ ਹੀ ਆ ਜਾਂਦਾ ਹੈ। ਇਤਨਾ ਵੱਡਾ ਸਰਮਾਇਆ ਤਖਤ ਸਾਹਿਬ ਦਾ ਖਰਚ ਹੋ ਜਾਂਦਾ ਹੈ, ਉਹ ਸਾਰਾ ਹੀ ਬਚਾਇਆ ਜਾ ਸਕਦਾ ਹੈ। ਜਗ੍ਹਾ ਬਹੁਤ ਹੈਗੀ ਹੈ, ਇਮਾਰਤਾਂ ਤੇ ਰੂਫ ਟੌਪ ਸਭ ਕੁਝ ਲੱਗ ਸਕਦਾ ਹੈ। ਉਹ ਸਾਰਾ ਖਰਚ ਬਚਾਇਆ ਜਾ ਸਕਦਾ ਹੈ ਜੇ ਅਸੀਂ ਸਾਰੇ ਮਿਲ ਕੇ ਮਹਾਰਾਜ ਜੀ ਦੇ ਘਰ ਇੱਕ ਸੋਲਰ ਪਲਾਂਟ ਦੀ ਸੇਵਾ ਕਰ ਦਈਏ, ਜਿਸ ਨਾਲ ਇਹ ਜਿਹੜਾ ਜ਼ਾਇਆ ਖਰਚ ਹੁੰਦਾ ਹੈ ਕਰੋੜ ਰੁਪਇਆ ਜਾਂ ਪਲੱਸ, ਇਹ ਸਾਰਾ ਬਚਾਇਆ ਜਾ ਸਕਦਾ ਹੈ। ਇਹ ਕੁਝ ਸੇਵਾਵਾਂ ਹਨ ਅਤੇ ਹੋਰ ਸੇਵਾਵਾਂ ਹਨ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਡਾਕਟਰ SP ਸਿੰਘ ਜੀ ਓਬੇ ਰਾਏ, ਸਰਦਾਰ ਇਕਬਾਲ ਸਿੰਘ ਜੀ IPS, ਭਾਈ ਜਸਵੰਤ ਸਿੰਘ ਜੀ ਸਾਪਾ, ਇਹਨਾਂ ਸਾਰਿਆਂ ਵੱਲੋਂ ਮਿਲ ਕੇ ਤਖਤ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਨੰਨ ਸੇਵਕ ਪੰਡਿਤ ਸ਼ਿਵਦੱਤ ਜੀ ਦੀ ਯਾਦ ਨੂੰ ਸਮਰਪਿਤ ਹੁੰਦਿਆਂ ਇੱਕ ਟੈਸਟਿੰਗ ਲੈਬ ਸਫਲਤਾ ਨਾਲ ਚੱਲ ਰਹੇ ਹਨ। ਉਹਨਾਂ ਵੱਲੋਂ ਐਂਬੂਲੈਂਸ ਵੀ ਤਖਤ ਸਾਹਿਬ ਨੂੰ ਭੇਟਾ ਕੀਤੀ ਗਈ ਹੈ। ਆਉਣ ਵਾਲੇ ਦਿਨਾਂ ਵਿੱਚ ਕਿਡਨੀ ਪੇਸ਼ੈਂਟਸ ਵਾਸਤੇ ਜਿਨ੍ਹਾਂ ਨੂੰ ਡਾਇਲਸਿਸ ਦੀ ਲੋੜ ਪੈਂਦੀ ਹੈ, ਉਹਨਾਂ ਲਈ 12 ਯੂਨਿਟ ਡਾਇਲਸਿਸ ਮਸ਼ੀਨਾਂ ਦੇ ਲਗਾਏ ਜਾ ਰਹੇ ਹਨ। ਔਰ ਉਹ ਸਾਰਾ ਘਰੋਂ ਲਿਆਉਣ ਦਾ, ਲੈ ਜਾਣ ਦਾ ਜਿਹੜਾ ਖਰਚ ਹੋਵੇਗਾ, ਕੋਈ ਕਲਪਨਾ ਵੀ ਨਹੀਂ ਕਰ ਸਕਦਾ। ਜਿਹੜਾ ਬਾਜ਼ਾਰ ਵਿੱਚ ਹਸਪਤਾਲਾਂ 'ਚ ਹਜ਼ਾਰਾਂ ਰੁਪਇਆ ਲੱਗ ਜਾਂਦਾ ਹੈ, ਉਹ ਕੇਵਲ 250 ਰੁਪਏ ਵਿੱਚ ਡਾਇਲਸਿਸ ਜਿਹੜਾ ਉਹ ਪਰਫਾਰਮ ਹੋਇਆ ਕਰੇਗਾ। ਇਹਦੇ ਵਿੱਚ ਤਖਤ ਸਾਹਿਬ ਵੱਲੋਂ ਵੱਡੀ ਸੇਵਾ ਨਿਭਾਈ ਜਾ ਰਹੀ ਹੈ। ਬਹੁਤ ਉਸਾਰੂ ਸੋਚ ਲੈ ਕੇ ਜਥੇਦਾਰ ਅਵਤਾਰ ਸਿੰਘ ਜੀ ਹਿੱਤ ਮੁੱਖ ਸੇਵਾਦਾਰ ਦਿਨ ਰਾਤ ਇੱਕ ਕਰਕੇ, ਮੈਨੂੰ ਯਾਦ ਹੈ ਸੀਨੀਅਰ ਮੀਤ ਪ੍ਰਧਾਨ ਸਰਦਾਰ ਜਗਜੋਤ ਸਿੰਘ ਜੀ ਸੋਹੀ ਜੀ ਬੈਠੇ ਨੇ, ਉਹ ਦੱਸ ਰਹੇ ਸਨ ਬਈ ਅੱਜ ਤੱਕ ਜਿਤਨੇ ਮੁੱਖ ਸੇਵਾਦਾਰ ਤਖਤ ਪਟਨਾ ਸਾਹਿਬ ਵਿੱਚ ਉਹਨਾਂ ਨੇ ਵੇਖੇ ਨੇ, ਜਥੇਦਾਰ ਅਵਤਾਰ ਸਿੰਘ ਹੋਣਾ ਜਿਨ੍ਹਾਂ ਟਾਈਮ ਕੋਈ ਨਹੀਂ ਦੇ ਸਕੇ। ਦਿਨ ਰਾਤ ਉਹ ਇੱਥੇ ਸੇਵਾ ਕਰ ਰਹੇ ਹਨ ਔਰ ਸਦਾ ਝੁਕੇ ਹੋਏ ਹਨ। ਸਰਦਾਰ ਇੰਦਰਜੀਤ ਸਿੰਘ ਜੀ ਟਾਟਾ ਨਗਰ ਵਾਲੇ ਜਨਰਲ ਸਕੱਤਰ ਦੀਆਂ ਸੇਵਾਵਾਂ ਨਿਭਾ ਰਹੇ ਹਨ। ਸਰਦਾਰ ਹਰਵੰਤ ਸਿੰਘ ਜੀ ਖਨੋਜਾ ਬਤੌਰ ਸਕੱਤਰ ਸੇਵਾਵਾਂ ਨਿਭਾ ਰਹੇ ਹਨ। ਇਸੇ ਤਰ੍ਹਾਂ ਸਰਦਾਰ ਜਗਜੋਤ ਸਿੰਘ ਜੀ ਸੋਹੀ ਸੀਨੀਅਰ ਮੀਤ ਪ੍ਰਧਾਨ ਦੇ ਤੌਰ ਤੇ ਸੇਵਾਵਾਂ ਨਿਭਾ ਰਹੇ ਹਨ। ਭਾਈ ਲਖਵਿੰਦਰ ਸਿੰਘ ਜੀ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਅਤੇ ਬਤੌਰ ਪ੍ਰਧਾਨ ਮੀਤ ਪ੍ਰਧਾਨ ਸੇਵਾਵਾਂ ਨਿਭਾ ਰਹੇ ਹਨ। ਸਾਰੀਆਂ ਸੰਗਤਾਂ ਦਾ, ਪ੍ਰਬੰਧਕਾਂ ਦਾ ਜਿਹੜਾ ਇੱਕੋ ਹੀ ਏਮ ਹੈ ਕਿ ਜੋ ਸੰਗਤਾਂ ਬਾਹਰੋਂ ਆਵਣ, ਉਹਨਾਂ ਨੂੰ ਇਸ ਤਰ੍ਹਾਂ ਨਾ ਲੱਗੇ ਵੀ ਅਸੀਂ ਪ੍ਰਦੇਸ਼ 'ਚ ਆਏ ਹਾਂ ਜਾਂ ਅਸੀਂ ਦੂਰ ਆਏ ਹਾਂ। ਉਹਨਾਂ ਨੂੰ ਇਸ ਤਰ੍ਹਾਂ ਪਤਾ ਲੱਗੇ ਅਸੀਂ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਘਰ, ਆਪਣੇ ਘਰ ਵਿੱਚ ਆਏ ਹਾਂ। ਉਹਨਾਂ ਨੂੰ ਸਾਰੀਆਂ ਸੁਵਿਧਾਵਾਂ ਪ੍ਰਾਪਤ ਹੋ ਸਕਣ। ਔਰ ਮੈਂ ਸੋਚਦਾ ਇਹ ਸੇਵਾਵਾਂ
ਸਾਰੀਆਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਹੀ ਅਰਪਣ ਹਨ। ਬਿਹਾਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਸੂਰਜ ਸਿੰਘ ਜੀ ਨਲਵਾ ਦਿਨ ਰਾਤ ਸੇਵਾ ਵਿੱਚ ਸਮਰਪਿਤ ਰਹਿੰਦੇ ਹਨ। ਮਹਾਰਾਜ ਸਾਰਿਆਂ ਦੀਆਂ ਸੇਵਾਵਾਂ ਨੂੰ ਭਾਗ ਲਾਵਣ ਔਰ ਦਰੋਂ ਕਰੋਂ ਨਿਵਾਜਣ। ਮੇਰ ਸਤਿਗੁਰੂ ਜੀ ਦੀ ਮਿਹਰ ਭਰਿਆ ਹੱਥ ਸਾਰਿਆਂ ਦੇ ਸਿਰ ਤੇ ਰਹੇ। ਇੰਨੇ ਹੀ ਬਚਨ ਪ੍ਰਵਾਨ ਕਰਨਾ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।